ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਟਿਕ ਹੈ ਮਸਤਕ ਹੋਤ ਅਨਿਤੇ। ਨਹੀਂ ਸਾਧ ਪੁਨ ਗ੍ਰਸਤੇ ਰਿਤੇ। ਕਰੇ ਪੁਜਾਵਣ ਲੋਕਣ ਪਾਸ। ਬੈਠੇ ਗੁਰਤਾ ਤਰੇ ਪ੍ਰਕਾਸ਼। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੇਕੈ ਮਸਤਕ ਹੋਤ ਅਨਿਤੇ। ਨਹੀਂ ਸਾਧ ਪੁਨ ਗ੍ਰਸਤੇ ਰਿਤੇ। ਕਵਿਰਾਜ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਣਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਜਿੱਥੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਨੇ, ਉੱਥੇ ਕਿਤਾਬਾ ਵੀ ਹੈ ਜੋ ਪਹਿਲੋਂ ਤੋਂ ਇਸ ਨਗਰ ਵਿੱਚ ਰਹਿੰਦਾ ਰਿਹਾ ਹੈ। ਬੜਾ ਪਖੰਡੀ ਹੈ ਔਰ ਗੁਰੂ ਸਾਹਿਬ ਦੇ ਆਉਣ ਕਰਕੇ ਇਹਦਾ ਜਿਹੜਾ ਪਖੰਡ ਉਹ ਬਹੁਤਾ ਕੰਮ ਨਹੀਂ ਸੀ ਕਰਦਾ। ਲੋਕ ਜਿਹੜਾ ਰੁਪਈਆ ਪੈਸਾ ਇਹਦੇ ਕੋਲ ਚੜਾਉਂਦੇ ਸਨ, ਇੱਧਰੋਂ ਜਾਣੋਂ ਹਟ ਗਏ। ਪਰ ਪਿੰਡ ਦੇ ਕੁਛ ਖਹਿਰੇ ਜੱਟ ਜ਼ਿਮੀਂਦਾਰ ਨੇ, ਉਹ ਜਿਹੜੇ ਨਾ ਤਾਂ ਬਹੁਤਾ ਇੱਧਰ ਹੀ ਜਾਂਦੇ ਨੇ, ਉਹਨੂੰ ਗੁਰੂ ਘਰ ਵਿੱਚ ਤਾਂ ਕਦੇ ਵੀ ਨਹੀਂ ਸਨ ਆਏ। ਪਰ ਪਰਮੇਸ਼ਰ ਦਾ ਭਾਣਾ ਇਸ ਵਾਰ ਮੀਂਹ ਨਹੀਂ ਪਿਆ, ਫਸਲ ਜਿਹੜੀ ਸੁੱਕਦੀ ਜਾ ਰਹੀ ਸੀ। ਉਹ ਖਹਿਰੇ ਜੱਟ ਜ਼ਿਮੀਂਦਾਰ ਇਕੱਠੇ ਹੋ ਕੇ ਤਪੇ ਦੇ ਕੋਲ ਗਏ ਕਿ ਸਾਡਾ ਗੁਰੂ ਤੋਂ ਤਪਾ ਹੀ ਹੈ। ਔਰ ਉਸ ਤਪੇ ਨੂੰ ਇੱਕ ਬਹਾਨਾ ਮਿਲ ਗਿਆ ਕਿ ਜੇ ਮੀਂਹ ਨਹੀਂ ਪਿਆ ਤੇ ਹੁਣ ਸਮਾਂ ਹੈ ਇਹਨਾਂ ਖਹਿਰੇ ਜੱਟਾਂ ਨੂੰ ਆਪਣੇ ਪਿੱਛੇ ਲਾ ਕੇ ਗੁਰੂ ਸਾਹਿਬ ਜੀ ਨੂੰ ਪਿੰਡੋਂ ਕਢਵਾ ਦਿਆਂ। ਈਰਖਾ ਬੜੀ ਕਰਦਾ ਸੀ। ਹੁਣ ਜਦੋਂ ਇਹਨਾਂ ਨੇ ਜਾ ਕੇ ਬੇਨਤੀ ਕਰ ਰਹੀ ਮੀਂਹ ਪਵਾਓ, ਤੇ ਤਪਾ ਕਹਿੰਦਾ ਤੁਸੀਂ ਮਰੋਗੇ, ਇਵੇਂ ਮਰੋਗੇ, ਕਿਉਂਕਿ ਤੁਸੀਂ ਆਪ ਪਾਪਾਂ ਦੇ ਭਾਗੀਦਾਰ ਹੋ। ਤੇ ਪੁੱਛਿਆ ਪਾਪ ਸਾਡੇ ਕੀ ਨੇ? ਕਹਿੰਦੇ ਜਿਹੜੇ ਗੁਰੂ ਨੂੰ ਤੁਸੀਂ ਗੁਰੂ ਮੰਨਦੇ ਜੇ ਉਹ ਤੇ ਗ੍ਰਸਤੀ ਹੈ। ਗ੍ਰਸਤੀ ਹੋ ਸਕਦਾ, ਗ੍ਰਸਤੀ ਗੁਰੂ ਨਹੀਂ ਹੋ ਸਕਦਾ, ਸਾਧ ਨਹੀਂ ਹੋ ਸਕਦਾ, ਤੇ ਜਿਹੜਾ ਸਾਧ ਉਹ ਗ੍ਰਸਤੀ ਨਹੀਂ ਹੋ ਸਕਦਾ। ਹੁਣ ਇੱਥੋਂ ਅੱਗੇ ਕਵਿਰਾਜ ਜੀ ਕਹਿ ਰਹੇ ਨੇ ਕਿ ਉਹ ਸਾਧੂ ਜਿਹੜਾ ਹੈ ਤਪਾ ਹੈ, ਉਹ ਜੱਟਾਂ ਨੂੰ ਉਹਨਾਂ ਨੂੰ ਭੜਕਾ ਰਿਹਾ ਹੈ, ਦੱਸ ਰਿਹਾ ਹੈ। ਟੇਕੇ ਮਸਤਕ ਹੋਤ ਅਨਿਤੇ। ਨਹੀਂ ਸਾਧ ਪੁਨ ਗ੍ਰਸਤੇ ਰਿਤੇ। ਤੁਸੀਂ ਉਹਨੂੰ ਮੱਥਾ ਵੀ ਟੇਕ ਦਿਓ, ਤੁਸੀਂ ਨਹੀਂ ਟੇਕਦੇ ਹੋਵੋਗੇ ਤੁਹਾਡੇ ਪਿੰਡ ਦੇ ਲੋਕ ਟੇਕਦੇ ਨੇ, ਹੋਰ ਦੂਰੋਂ ਦੂਰੋਂ ਲੋਕ ਆ ਕੇ ਟੇਕਦੇ ਨੇ। ਨਾ ਤਾਂ ਉਹ ਸਾਧ ਹੀ ਪੂਰੀ ਤਰ੍ਹਾਂ ਬਣਿਆ, ਨਾ ਉਹ ਗ੍ਰਸਤੀ ਹੈ, ਕਿਉਂਕਿ ਗ੍ਰਸਤੀ ਹੁੰਦਾ, ਸਾਧ ਹੁੰਦਾ ਹੈ। ਇਹ ਉਹਦੇ ਮੁਤਾਬਕ ਸੀ ਕੱਲ੍ਹ ਬਚਨ ਕੀਤੇ ਸਨ ਸਾਂਝੇ ਕਿ ਗ੍ਰਸਤੀ ਸਾਧੂ ਨਹੀਂ ਹੋ ਸਕਦਾ। ਪਰ ਗੁਰੂ ਸਾਹਿਬ ਜੀ ਮੇਰੇ ਮਹਾਨ ਗੁਰੂ ਉਹ ਨੇ ਜੋ ਗ੍ਰਸਤਨ ਮਹਿ ਬੜੋ ਗ੍ਰਸਤੀ, ਜੋਗਿਨ ਮਹਿ ਜੋਗੀ। ਉਹ ਗ੍ਰਸਤੀਆਂ ਤੋਂ ਵੱਡੇ, ਗ੍ਰਸਤੀਆਂ ਵਿੱਚੋਂ ਵੱਡੇ ਗ੍ਰਸਤੀ ਨੇ, ਜੋਗੀਆਂ ਵਿੱਚੋਂ ਉਹਨਾਂ ਵਰਗਾ ਜੋਗੀ ਕਿਹੜਾ ਹੈ? ਪਰ ਇਸ ਤਪੇ ਦੀ ਨਜ਼ਰ ਅੰਦਰ ਗ੍ਰਸਤੀ ਜਿਹੜਾ ਹੈ ਉਹ ਗੁਰੂ ਨਹੀਂ ਬਣ ਸਕਦਾ।
करे पुजावण लोकन पास, बैठे गुरता तरे प्रकाश। कहते देखो लोगों, वो आप नाले गृहस्थी है, नाले लोगों तो पूजा करा रहा है, मत्थे टिका रहा है, और नाले गुरु बन के प्रकाशमान होया है। गुरु विखवाउंदा है। जे अस पदवी चाहत सोए, पट खटाए साधु सम होए। हुण ये तपा उन्हां खैरे जट्टां नूं कह रहा है भई जे वो मत्था टिकाउणा ही चाहुंदा है, उनदे इन्ना ही चाह है, इन्नी भावना है कि लोग मत्था टेकण। ये पदवी चाहुंदा ते फिर उन्होंने चाहिए कि साधुआं वांगू जां ते कपड़े ला दवे ते जां साडे तरह भगवे कपड़े पा लवे। जे कपड़े भी पाउणे ने साधुआं वाले पाए। पुत्र भारजा मह एह रहे, कंदं पुजावण नर ते लहै। नाले अपने धीआं पुत्रां विच, अपनी इस्त्री विच, परिवार विच रहिंदा है ते फिर वे लोकां तो अपनी पूजा करवा रहे ते बड़ा वड्डा पाप है। तुम पीर दे विचारो बात, होत के नहीं यहो उत्पात। हुण तपा कहंदा भाई तुसीं भी तो विचार करो ना, ये गल कोई ठीक है? तुहानूं लगदा ठीक है? ये पाप नहीं हो रहा? तुम तो नहीं मानते ताहे, ਇਹ ਨੀਕੇ ਮੈਂ ਜਾਣਤੇ ਆਹੇ। ਨਾਲ ਹੀ ਤਾਂ ਆਪਾਂ ਉਹਨਾਂ ਨੂੰ ਪੰਪ ਵੀ ਦੇਈ ਜਾ ਰਿਹਾ। ਕਹਿੰਦਾ ਹਾਂ ਇਹ ਤਾਂ ਮੈਨੂੰ ਪਤਾ ਕਿ ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ। ਚਲੋ ਤੁਸੀਂ ਤਾਂ ਨਹੀਂ ਮੰਨਦੇ, ਚੰਗੀ ਗੱਲ, ਪਰ ਲੋਕ ਤਾਂ ਮੰਨਦੇ ਨੇ ਨਾ। ਤੋ ਪਿੱਖੋ ਤੁਮ ਤਿਸਕੇ ਬਾਸ, ਭਇਓ ਕਸ਼ਟ ਸਭ ਕੋ ਸੁਪ੍ਰਕਾਸ਼। ਕਹਿੰਦੇ ਗੱਲ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਓ, ਤੁਹਾਡੇ ਪਿੰਡ ਵਿੱਚ ਆ ਕੇ ਵਸਦਾ ਹੈ। ਤੁਹਾਡੇ ਪਿੰਡ ਦਾ ਤੇ ਨਾ ਆਇਆ ਤੇ ਬਾਹਰੋਂ ਹੈ ਨਾ। ਔਰ ਕੱਲ੍ਹ ਸਾਂਝ ਪਾਈ ਸੀ ਆਪ ਜੀ ਨਾਲ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਦਾ ਪ੍ਰਕਾਸ਼ ਸਥਾਨ ਤੇ ਕਪੂਰਥਲਾ ਦੇ ਪਿੰਡ ਵਿੱਚ ਹੈ ਨਾ। ਇੱਥੇ ਸਹੁਰੇ ਪਰਿਵਾਰ ਵਿੱਚ ਆਏ ਸਨ, ਇੱਥੇ ਦੁਕਾਨਦਾਰੀ ਕਰਦੇ ਰਹੇ, ਇੱਥੇ ਵਸ ਗਏ। ਤੁਹਾਡੇ ਪਿੰਡ ਦਾ ਨਹੀਂ, ਬਾਹਰੋਂ ਆ ਕੇ ਵਸਿਆ ਹੈ, ਇੱਕ ਗ੍ਰਸਤੀ ਹੈ ਤੇ ਫਿਰ ਵੀ ਆਪਣੇ ਆਪ ਨੂੰ ਮੱਥਾ ਟਿਕਾ ਰਿਹਾ ਹੈ। अब उपचार करो तिस केरा, कतु तबहूं बरखै मेघ बडेरा। कहते हुण खैरिਆਂ ਨੂੰ ਕਹਿੰਦੇ ਜੱਟੋ ਤੁਸੀਂ ਉਪਾਅ ਕਰ ਸਕਦੇ ਹੋ, ਉਹਦਾ ਕੋਈ ਉਪਾਅ ਕਰੋ, ਇਲਾਜ ਕਰੋ, ਤਾਂ ਹੀ ਮੀਂਹ ਪਵੇਗਾ, ਨਹੀਂ ਤੇ ਮੀਂਹ ਪੈਣਾ ਹੀ ਨਹੀਂ। ਇਸੇ ਤਰ੍ਹਾਂ ਭੁੱਖੇ ਮਰੋਗੇ, ਔੜ ਲੱਗੇਗੀ। ਸਭ ਮਿਲ ਜਾਵੋ ਅਬ ਉਸ ਪਾਸ, अपन ग्राम ते देहो निकास। तपा हुण कहंदा कि सारे मिल के जाओ। उस गुरु नूं, गुरु अंगद देव जी नूं पिंड दे विचों बाहर कढो जे चाहुंदे मींह पवे। जब सो ग्राम निकस कै जाए, बहुर तुमारो है मन पाए। जदों पिंड छड्ड के वो जाणगे, तुहाडे मन दी गल पूरी हो जाएगी, मींह पै जाएगा। अपर ग्राम किस जाए बसे है, फिर तुम्हें नह संकट पै है। ते जे वो इत्थों चले जाण और पक्के चले जाण, किसी होर पिंड विच जाके वस जाण, ते तुहानूं दोबारा परत के इवें दा संकट, इवें दा दुख कदे आएगा ही नहीं। हिम सुन कै सब ने मन मानी, कहो तपा जे तुम सच बानी। ਹੁਣ ਜਿਹੜੇ ਇਵੇਂ ਦੇ ਦੇਹਧਾਰੀਆਂ ਦੇ ਪਿੱਛੇ ਲੱਗੇ ਹੋਣ, ਅਸਲ ਵਿੱਚ ਇਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋੜ ਕੁਚੋਲਾ। ਜਿਹੜੇ ਗੱਲ ਕੰਮ ਆਉਣ ਵਾਲੀ ਉਹ ਸੁਣ ਕੇ ਰਾਜੀ ਨਹੀਂ, ਤੇ ਜਿਹੜੇ ਇਵੇਂ ਦੇ ਵਹਿਮ ਭਰਮ ਵਿੱਚ ਪਾਉਂਦੇ ਨੇ, ਉਹਨਾਂ ਗੱਲਾਂ ਨੂੰ ਸੁਣ ਵੀ ਲੈਂਦੇ ਨੇ ਔਰ ਵਿਚਾਰਦੇ ਕੋਈ ਨਹੀਂ, ਮੰਨ ਲੈਂਦੇ ਨੇ। ਇਹ ਸੁਣ ਕੇ ਉਹਨਾਂ ਨੇ ਗੱਲ ਮੰਨ ਲਈ ਕਿ ਤਪਾ ਜੀ ਤਾਂ ਸੱਚ ਹੀ ਕਹਿ ਰਹੇ ਨੇ। ਪਰ ਇੰਨੇ ਬਜ਼ੁਰਗ ਹੋ ਕੇ, ਸਿਆਣੇ ਬਿਆਣੇ ਹੋ ਕੇ ਇੱਕ ਗੱਲ ਸਮਝ ਕਿਸੇ ਨੂੰ ਨਹੀਂ ਆਈ ਕਿ ਉਹਨਾਂ ਨੂੰ ਤਾਂ 12-14 ਸਾਲ ਹੋ ਗਏ ਗੁਰੂ ਬਣਿਆ ਨੂੰ, ਇਸ ਖਡੂਰ ਸਾਹਿਬ ਦੇ ਵਿੱਚ ਰਹਿੰਦਿਆਂ ਨੂੰ। ਮੀਂਹ ਤੇ ਐਤਕੀ ਨਹੀਂ ਪਿਆ, ਐਤਕੀ ਪਾਪ ਹੋ ਗਿਆ। ਜੇ ਪਹਿਲੋਂ ਪੁੰਨ ਕਰਦੇ ਰਹੇ ਸਨ ਤਾਂ ਹੁਣ ਪਾਪ ਹੋ ਗਿਆ।
ਹੁਣ ਗ੍ਰਸਤੀ ਜਿਹੜਾ ਮਾੜਾ ਹੋ ਗਿਆ ਹੈ, ਪਰ ਉਹਨਾਂ ਨੇ ਇਹ ਵਿਚਾਰ ਕੀਤੀ ਨਹੀਂ ਕਿ ਤਪਾ ਜੋ ਕੁਛ ਕਹਿ ਰਿਹਾ ਸੱਚ ਹੀ ਕਹਿ ਰਿਹਾ, ਗ੍ਰਸਤੀ ਗੁਰੂ ਬਣ ਹੀ ਨਹੀਂ ਸਕਦਾ। ਗ੍ਰਸਤੀ ਹੋਏ ਪੁਜਾਵਣ ਕਰਹੀ, ਆਵੇਂ ਅਣਕ ਵਹਿਰ ਤੇ ਨ ਰਹੀ। ਹੁਣ ਤਪਾ ਚੁੱਪ ਹੋ ਗਿਆ ਤੇ ਆਪਸ ਵਿੱਚ ਉਹ ਖਹਿਰੇ ਗੱਲਾਂ ਕਰਦੇ ਨੇ। ਬਜ਼ੁਰਗ ਸਿਆਣੇ ਸਿਆਣੇ ਗਏ ਸਨ ਕਿ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ। ਲੋਕ ਬਾਹਰੋਂ ਆਉਂਦੇ ਨੇ, ਆ ਕੇ ਉਹਨਾਂ ਦੀ ਪੂਜਾ ਕਰਦੇ ਨੇ, ਮੱਥਾ ਟੇਕਦੇ ਨੇ। ਹਮ ਤੋ ਤਿਸ ਕੋ ਮਾਨੈ ਨਾਹੀ, ਜਾਏ ਸਮੀਪ ਤਹੈ ਨਿਗਸਾਹੀ। ਹੁਣ ਇਹ ਖਹਿਰੇ ਕਹਿੰਦੇ ਨੇ ਤਪਾ ਜੀ ਅਸੀਂ ਤਾਂ ਉਹਨਾਂ ਨੂੰ ਪਹਿਲੇ ਗੁਰੂ ਨਹੀਂ ਮੰਨਦੇ, ਅਸੀਂ ਤਾਂ ਪਹਿਲੋਂ ਕਦੇ ਨਹੀਂ ਗਏ। ਹੁਣ ਤੁਸੀਂ ਕਹਿੰਦੇ ਹੋ ਹੁਣ ਜ਼ਰੂਰ ਜਾਵਾਂਗੇ, ਜਾ ਕੇ ਪਿੰਡ ਦੇ ਵਿੱਚੋਂ ਬਾਹਰ ਕੱਢਾਂਗੇ। ਇਮ ਕਹਿ ਗਮਣੇ ਖਹਿਰੇ ਸਾਰੇ, ਹਰਖਿਓ ਤਪਾ ਸੋ ਹਿਰਦੇ ਮਹਜਾਰੇ। ਇਹ ਕਹਿ ਕੇ ਸਾਰੇ ਖਹਿਰੇ ਜਿਹੜੇ ਨੇ ਉਹ ਚਲੇ ਗਏ ਧੰਨ ਗੁਰੂ ਅੰਗਦ ਦੇਵ ਜੀ ਵਾਲੇ ਪਾਸੇ। ਜਿਹੜੇ ਪਹਿਲੋਂ ਕਦੇ ਨਹੀਂ ਸਨ ਗਏ, ਅੱਜ ਗਏ ਔਰ ਭੈਰੀ ਨੀਤ ਨਾਲ ਗਏ। ਤਪਾ ਇਹ ਕੁਛ ਚਾਹੁੰਦਾ ਸੀ, ਤਪਾ ਵੇਖ ਕੇ ਬੜਾ ਖੁਸ਼ ਹੈ। ਆਪਣ ਕਾਮ ਨਾ ਪੂਰਨ ਜੋਈ, ਇਮ ਨਹਿ ਲਖੇ ਨਿਕਟ ਮ੍ਰਿਤ ਹੋਈ। ਤਪਾ ਇੰਨਾ ਖੁਸ਼ ਹੈ ਕਿ ਇਹਨਾਂ ਦੀ ਕਾਮਨਾ ਪੂਰੀ ਹੋਵੇ ਨਾ ਹੋਵੇ, ਪਰ ਮੇਰੀ ਕਾਮਨਾ ਜ਼ਰੂਰ ਅੱਜ ਪੂਰੀ ਹੋ ਜਾਣੀ ਹੈ ਕਿ ਗੁਰੂ ਸਾਹਿਬ ਜਿਸ ਤੋਂ ਚਲੇ ਜਾਣਗੇ, ਮੇਰੀ ਤੇ ਹੀ ਕਾਮਨਾ ਹੈ। ਪਰ ਕਵੀ ਸੰਤੋਖ ਸਿੰਘ ਜੀ ਅਧਿਆਇ ਖਤਮ ਕਰਦੇ ਹੋਏ ਅਖੀਰ ਤੇ ਲਿਖਦੇ ਨੇ, ਇਮ ਨਹਿ ਲਖੇ ਨਿਕਟ ਮ੍ਰਿਤ ਹੋਈ। ਇਹ ਤਪੇ ਨੂੰ ਇਹ ਨਹੀਂ ਪਤਾ ਕਿ ਕਾਮਨਾ ਤੇਰੀ ਕਿਹੜੀ, ਤੇਰੀ ਤਾਂ ਮੌਤ ਨੇੜੇ ਆ ਗਈ ਹੈ। ਗੁਰੂ ਸਾਹਿਬ ਨੂੰ ਪਿੰਡੋਂ ਬਾਹਰ ਨਹੀਂ ਕੱਢਣ ਲੱਗਾ, ਤੂੰ ਤਾਂ ਮੌਤ ਨੂੰ ਆਵਾਜ਼ ਮਾਰਨ ਲੱਗਿਆ ਹੈ। ਇੱਥੇ ਕਵੀ ਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅੱਗੇ 22ਵਾਂ ਅਧਿਆਇ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ, ਦੋਹਰਾ ਮੂਰਖ ਕਹਿਰੇ ਕ੍ਰਿਖੇ ਕਰ, ਮਨ ਮਹਿ ਨਿਸ਼ਚੈ ਠਾਨ। ਕਹਿੰਦੇ ਉਹ ਮੂਰਖ ਖਹਿਰੇ ਕ੍ਰਿਖੀ ਕਰ, ਜਿਹੜੇ ਕਿਸਾਨ ਨੇ, ਜੱਟ ਨੇ, ਉਹਨਾਂ ਨੇ ਮੂਰਖਤਾ ਦੇ ਹੱਦ ਕਰ ਲਈ। ਇਸ ਗੱਲ ਨੂੰ ਨਿਸ਼ਚੈ ਕਰ ਲਿਆ, ਪੱਕਾ ਕਰ ਲਿਆ ਕਿ ਸੱਚਮੁੱਚ ਗੁਰੂ ਸਾਹਿਬ ਜਿੱਥੇ ਆਏ ਨੇ ਤਾਂ ਮੀਂਹ ਨਹੀਂ ਪਿਆ। ਨਿੰਦਕ ਅਗੇ ਦੁਰਾਤਮਾ, ਦੁਸ਼ਟ ਬਾਕ ਕੋ ਮਾਨ। ਉਸ ਨਿੰਦਕ ਪਾਪੀ ਈਰਖਾ ਕਰਨ ਵਾਲੇ ਤਪੇ ਦੀ ਗੱਲ ਨੂੰ ਮੰਨ ਕੇ ਇਹਨਾਂ ਖਹਿਰੇ ਨੇ ਉਸ ਗੱਲ ਨੂੰ ਸੱਚ ਸਮਝ ਲਿਆ। ਅਨਹਿਤ ਕੋ ਬਚ ਹਿਤ ਕਰ ਮਾਨਾ, ਗੁਰੂ ਮਹਾਤਮ ਤੇ ਅਣਜਾਨਾ। ਇਹਨਾਂ ਨੇ ਅਨਹਿਤ ਦੇ ਬਚਨ ਨੂੰ, ਜਿਹੜੇ ਆਪਣੇ ਹਿੱਤ ਵਿੱਚ ਨਹੀਂ, ਖਹਿਰੇ ਦੇ ਹਿੱਤ ਵਿੱਚ ਤੇ ਉਹ ਤਪੇ ਦੇ ਹਿੱਤ ਵਿੱਚ ਤੇ ਹੋ ਸਕਦੇ ਸਨ, ਪਰ ਜਿਹੜੇ ਆਪਣੇ ਹਿੱਤ ਵਿੱਚ ਨਹੀਂ, ਉਹਨਾਂ ਨੂੰ ਆਪਣੇ ਹਿੱਤ ਵਿੱਚ ਸਮਝ ਕੇ ਉਹਦੇ ਬਚਨਾਂ ਨੂੰ ਮੰਨ ਲਿਆ। ਪਰ ਗੁਰੂ ਸਾਹਿਬ ਦੇ ਮਹਾਤਮ ਤੋਂ ਬਿਲਕੁਲ ਅਣਜਾਣ, ਤੇ ਅਣਜਾਣ ਆਪੇ ਹੋਣਾ ਸੀ ਕਿਉਂਕਿ ਕਦੇ ਵੀ ਮੱਥਾ ਟੇਕਣ ਨਹੀਂ ਗਏ। ਉਹਨਾਂ ਨੂੰ ਪਿੰਡ ਦਾ ਦਮਾਦ ਜਵਾਈ ਹੀ ਸਮਝਦੇ ਰਹੇ। ਉਹਨਾਂ ਨੂੰ ਅੱਜ ਤੱਕ ਵੀ ਲਹਿਣਾ ਜੀ ਕਹਿ ਕੇ ਆਵਾਜ਼ ਮਾਰਦੇ ਸਨ, ਪਰ ਗੁਰੂ ਦੇ ਮਹੱਤਵ ਨੂੰ ਉਹਨਾਂ ਜਾਣੇ ਹੀ ਨਹੀਂ। ਮਹਾਮੰਦ ਮਤ 9-10 ਮਿਲੇ, ਸ੍ਰੀ ਸਤਿਗੁਰ ਕੇ ਘਰ ਕੋ ਚੱਲੇ। ਕਹਿੰਦੇ ਕਹਿਣ ਨੂੰ ਤਾਂ ਉਹ ਸਿਆਣੇ ਲੋਕ ਸਨ, ਦਾੜੇ ਉਹਨਾਂ ਦੇ ਚਿੱਟੇ ਨੇ, ਬਜ਼ੁਰਗ ਨੇ, ਪਰ ਹੈ ਮਹਾਮੰਦ ਮਤੀਏ ਸਨ। ਮਹਾਮੰਦ ਮਤ 9-10 ਮਿਲੇ, 9-10 ਜਣੇ ਇਕੱਠੇ ਹੋ ਗਏ ਔਰ ਸਤਿਗੁਰੂ ਦੇ ਘਰ ਨੂੰ ਚੱਲ ਪਏ। ਹਿਮ ਤਰਕਣ ਹਿਤ ਗੁਰ ਟਿਕ ਗਏ, ਗਿਰਾ ਕਠੋਰੇ ਭਾਖਤ ਪਏ। ਇਸ ਤਰ੍ਹਾਂ ਤਰਕ ਕਰਨ ਵਾਸਤੇ ਗੁਰੂ ਸਾਹਿਬ ਦੇ ਘਰ ਗਏ ਔਰ ਜਾਂਦੇ ਨਾਲ ਬਹੁਤ ਕਠੋਰ ਸਖਤ ਬਚਨ ਜਿਹੜੇ ਬੋਲ ਨੇ ਉਹ ਜਾਂਦੇ ਬੋਲਣ ਲੱਗ ਪਏ। ਇਹਾਂ ਬਸਨ ਨਹਿ ਨੇਕ ਤੁਮਾਰੋ, ਜਹ ਇੱਛੋ ਥਲ ਆਣ ਪਧਾਰੋ। ਜਾ ਕੇ ਕਹਿੰਦੇ ਨੇ ਗੁਰੂ ਜੀ ਤੁਹਾਡਾ ਇੱਥੇ ਵਸਣਾ ਠੀਕ ਨਹੀਂ, ਜਾਓ ਜਿੱਥੇ ਤੁਹਾਡੀ ਇੱਛਾ ਹੈ ਕਿਤੇ ਹੋਰ ਜਾ ਕੇ ਚਲੇ ਜਾਓ, ਹੋਰ ਜਾ ਕੇ ਵਸ ਜਾਓ, ਪਰ ਸਾਡੇ ਪਿੰਡ ਵਿੱਚ ਵਸਣਾ ਠੀਕ ਨਹੀਂ। ਬਰਖਾ ਹਟੇ ਬਿਗਣ ਕ੍ਰਿਕ ਪਹਾਰੀ, ਅਖਲ ਗ੍ਰਾਮ ਕੋ ਸੰਕਟ ਧਾਰੀ। ਇਹ ਖਹਿਰੇ ਕਹਿੰਦੇ ਨੇ ਗੁਰੂ ਜੀ ਇੱਥੇ ਮੀਂਹ ਪੈਣੋਂ ਹਟ ਗਿਆ ਹੈ,
ਬੜਾ ਵੱਡਾ ਨੁਕਸਾਨ ਹੋ ਰਿਹਾ ਹੈ, ਤੁਹਾਡੇ ਕਰਕੇ ਸਾਰਾ ਪਿੰਡ ਦੁਖੀ ਹੋ ਰਿਹਾ ਹੈ। ਔਰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਪਿੰਡ ਨਹੀਂ, ਜੇ ਮੀਂਹ ਨਹੀਂ ਪਿਆ ਤਾਂ ਕਈ ਪਿੰਡਾਂ ਦੇ ਵਿੱਚ ਨਹੀਂ ਪਿਆ, ਪੂਰੇ ਇਲਾਕੇ ਵਿੱਚ ਨਹੀਂ ਪਿਆ, ਪਰ ਤੁਹਾਡੇ ਕਰਕੇ ਕਹਿੰਦੇ ਇੱਥੇ ਸੰਕਟ ਹੈ। ਗ੍ਰਾਮ ਪਿੰਡ ਦੇ ਵਿੱਚ ਲੋਕ ਬੜੇ ਦੁਖੀ ਹੋ ਰਹੇ ਨੇ। ਸਭਨ ਕੋ ਅਤ ਚਿੰਤਾ ਹੇਤ ਇਹ ਤੁਮਾਰੋ ਏਕ ਨਿਕੇਤ। ਤੁਹਾਡਾ ਇੱਕ ਘਰ ਹੈ, ਤੁਹਾਡੇ ਇੱਕ ਘਰ ਕਰਕੇ ਸਾਰਿਆਂ ਨੂੰ ਇੱਥੇ ਚਿੰਤਾ ਵਿਆਪ ਗਈ ਹੈ, ਸਾਰੇ ਚਿੰਤਤ ਨੇ, ਬੜੇ ਦੁਖੀ ਨੇ। ਏਕ ਗ੍ਰਾਮ ਹਿਤ ਦੇਸ਼ ਦੁਖਾਵੈ ਤਿਉ ਤੇ ਤਿਆਗਣ ਹੀ ਬਣੇ ਆਵੈ। ਹੁਣ ਉਹ ਜਿਹੜੇ ਆਪਣੇ ਆਪ ਨੂੰ ਕਹਿਣ ਵਿੱਚ ਸਿਆਣੇ ਲੋਕ ਸਨ, ਬਜ਼ੁਰਗ ਸਨ, ਪਰ ਹੈ ਤੇ ਮਹਾਮੰਦਮਤੀਏ ਸਨ, ਉਹ ਆਪਣੀ ਸਿਆਣਪ ਦੇ ਮੁਤਾਬਕ ਉਦਾਹਰਣ ਦੇਣ ਲੱਗ ਗਏ ਕਿ ਗੁਰੂ ਜੀ ਦੇਖੋ, ਇੱਕ ਪਿੰਡ ਕਰਕੇ ਜੇ ਸਾਰੇ ਦੇਸ਼ ਨੂੰ ਨੁਕਸਾਨ ਹੁੰਦਾ ਹੋਵੇ ਨਾ, ਤਾਂ ਉਸ ਇੱਕ ਪਿੰਡ ਨੂੰ ਉਜਾੜ ਦੇਣਾ ਚਾਹੀਦਾ ਹੈ। ਇੱਕ ਕੁਲ ਹੇਤ ਗ੍ਰਾਮ ਦੁਖ ਪਾਏ ਤੋ ਤਿਸ ਕੁਲ ਕੋ ਤਿਆਗ ਕਰਾਏ। ਜੇ ਕਿਸੇ ਇੱਕ ਕੁਲ ਕਰਕੇ ਸਾਰੇ ਪਿੰਡ ਦਾ ਨੁਕਸਾਨ ਹੁੰਦਾ ਹੋਵੇ ਤਾਂ ਉਸ ਕੁਲ ਨੂੰ, ਖਾਨਦਾਨ ਨੂੰ ਜਾਂ ਕੱਢ ਦੇਣਾ ਚਾਹੀਦਾ ਜਾਂ ਮਾਰ ਦੇਣਾ ਚਾਹੀਦਾ ਹੈ। ਇੱਕ ਖਾਨਦਾਨ ਇੱਕ ਕੁਲ ਕਰਕੇ ਬਾਕੀ ਦਾ ਪਿੰਡ ਤੇ ਸੁਖੀ ਵਸੇ। ਇੱਕ ਕੇ ਤਿਆਗੇ ਕੁਲ ਬਚ ਰਹਿ ਕਰੇ ਤਜਣਿਓ ਬੁੱਧ ਜਨ ਕਹੈ। ਹੁਣ ਕਹਿੰਦੇ ਨੇ, ਸਿਆਣੇ ਕਹਿੰਦੇ ਨੇ ਕਿ ਇੱਕ ਬੰਦੇ ਕਰਕੇ ਜੇ ਸਾਰੀ ਕੁੱਲ ਬਚਦੀ ਹੋਵੇ ਤੇ ਫਿਰ ਇੱਕ ਬੰਦੇ ਨੂੰ ਕੁੱਲ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ਇਹ ਸਿਆਣਿਆਂ ਦਾ ਅਖਾਣ ਹੈ। ਹੁਣ ਅਖਾਣ ਦਾ ਮਤਲਬ ਤੇ ਅਸੀਂ ਕੇਵਲ ਤੁਹਾਡੇ ਇੱਕ ਕਰਕੇ ਸਾਰੇ ਦੁਖੀ ਨੇ, ਘਰ ਪਰਿਵਾਰ ਭਾਵੇਂ ਇੱਥੇ ਰਵੇ ਪਰ ਤੁਸੀਂ ਛੱਡ ਕੇ ਚਲੇ ਜਾਓ। ਜਾਂ ਤੇ ਤੁਮ ਘਰ ਤਿਆਗਣ ਕਰੇ ਸਗਰੋ ਗ੍ਰਾਮ ਚਿੰਤ ਕੋ ਹਰੇ। ਇਸ ਕਰਕੇ ਤੁਸੀਂ ਆਪਣਾ ਘਰ ਛੱਡ ਜਾਓ, ਸਾਰਾ ਪਿੰਡ ਜਿਹੜਾ ਚਿੰਤਾ ਦੇ ਵਿੱਚ, ਸਾਰੇ ਪਿੰਡ ਦੀ ਚਿੰਤਾ ਦੂਰ ਹੋ ਜਾਏਗੀ। ਹੁਣ ਇਹ ਬੋਲਦੇ ਜਾਂਦੇ ਨੇ, ਧੰਨ ਗੁਰੂ ਅੰਗਦ ਦੇਵ ਜੀ ਬਿਲਕੁਲ ਸ਼ਾਂਤ ਚਿੱਤ ਬੈਠੇ ਨੇ, ਨਾਲੇ ਇਹਨਾਂ ਦੇ ਮੂੰਹ ਵੱਲ ਵੇਖ ਰਹੇ ਨੇ ਔਰ ਕੁਝ ਨਹੀਂ ਬੋਲ ਰਹੇ, ਧਿਆਨ ਦੇ ਨਾਲ ਸੁਣੀ ਜਾ ਰਹੇ ਨੇ। ਇਮ ਮਨ ਜਾਨੋ ਨਿਕਸ ਸਿਧਾਰੋ ਨਹੀਂ ਘਟੀ ਅਬ ਰਹਿਣ ਤੁਮਾਰੋ। ਹੁਣ ਇਹ ਖੈਰੇ ਕਹਿੰਦੇ ਨੇ ਕਿ ਅਸੀਂ ਜਾਣ ਲਿਆ ਹੈ ਕਿ ਤੁਸੀਂ ਇੱਥੋਂ ਨਿਕਲ ਜਾਓ, ਤੁਹਾਡਾ ਹੁਣ ਇੱਕ ਘੜੀ ਵੀ ਇੱਥੇ ਰਹਿਣਾ ਠੀਕ ਨਹੀਂ। ਕਰੋ ਉਤਾਇਡ ਵਸਤ ਸੰਭਾਰੋ ਰਹਿ ਸ਼ੇਖ ਤਰ ਜਾਓ ਅਗਾਰੋ। ਕਹਿੰਦੇ ਹੁਣ ਛੇਤੀ ਕਰ ਲਓ, ਆਪਣੀਆਂ ਚੀਜ਼ਾਂ ਸੰਭਾਲ ਲਓ ਜਿਹੜੀਆਂ ਨਾਲ ਲੈ ਕੇ ਜਾਣੀਆਂ ਨੇ, ਜਾਂ ਜਿੰਨੀਆਂ ਕੁ ਜਾ ਸਕਦੀਆਂ ਨੇ ਉਨੀਆਂ ਕੁ ਲੈ ਜਾਓ, ਬਾਕੀ ਆਪਣੇ ਘਰ ਵਿੱਚ ਹੀ ਪਈਆਂ ਰਹਿਣ ਦਿਓ। ਪੁਨ ਆਪਣੇ ਲੈ ਗਮਣੋ ਸਾਰੇ ਚਲੇ ਜਾਓ ਨਾ ਕਰੋ ਅਵਾਰੇ। ਜਦੋਂ ਮੀਂਹ ਪੈ ਕੇ ਹਟ ਜਾਏਗਾ ਬਾਅਦ ਵਿੱਚ ਆਇਓ, ਬਾਕੀ ਦਾ ਸਮਾਨ ਫਿਰ ਲੈ ਜਿਓ, ਪਰ ਹੁਣ ਇੱਕ ਘੜੀ ਵੀ ਤੁਸੀਂ ਇੱਥੇ ਰੁਕਣੇ ਨਹੀਂ ਚਾਹੀਦੇ, ਹੁਣੇ ਨਿਕਲ ਜਾਓ, ਚਲੇ ਜਾਓ। ਗ੍ਰਾਮਾਤੀਸ ਗ੍ਰਾਮ ਨਰ ਸਾਗਰ ਸਾਰਣ ਮਤੋ ਇੱਕ ਹੈ ਵਹਿਰ ਨਿਕਾਰਨ। ਹੁਣ ਇਹ ਕਹਿੰਦੇ ਨੇ ਪਿੰਡ ਦੇ ਸਾਰੇ ਲੋਕ, ਨੰਬਰਦਾਰ, ਸਰਪੰਚ, ਪੰਚ, ਸਾਰਿਆਂ ਦੀ ਮਤ ਹੈ, ਸਾਡੀ ਪੰਚਾਇਤ ਹੋਈ ਸੀ ਕਿ ਆਪ ਜੀ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਹੈ। ਕੋਈ ਨਾ ਪੱਖਿਆ ਤੁਮਾਰੋ ਕਰਹੀ ਜਿਸ ਤੇ ਰਹੋ ਧੀਰ ਉਰ ਧਰਹੀ। ਨਾਲ ਕਹਿੰਦੇ ਨੇ ਗੁਰੂ ਜੀ ਤੁਹਾਡਾ ਪੱਖ ਕਿਸੇ ਨਹੀਂ ਲੈਣਾ। ਜੇ ਸੋਚੋ ਨਾ ਕਿ ਪੰਚਾਇਤ ਦੁਬਾਰੇ ਕਰ ਲਈ ਕਿ ਮੇਰੇ ਵੱਲ ਦੇ ਕੋਈ ਗੱਲ ਕਰੇਗਾ, ਪਿੰਡ ਵਿੱਚੋਂ ਕਿਸੇ ਨੇ ਜੇ ਕਰਨੀ, ਕਿਉਂਕਿ ਇਵੇਂ ਦੇ ਲੋਕਾਂ ਨੇ ਪਿੰਡ ਵਾਲਿਆਂ ਨੂੰ ਡਰਾ ਕੇ ਵੀ ਰੱਖਿਆ ਹੁੰਦਾ ਹੈ। ਤੁਹਾਡੇ ਪੱਖ ਦੀ ਗੱਲ ਕਿਸੇ ਨੇ ਕਰਨੀ, ਇਸ ਕਰਕੇ ਭਲੀ ਇਸ ਵਿੱਚ ਚਲੇ ਜਾਓ। ਹੁਣ ਸਿੱਖ ਵੀ ਵੇਖ ਰਹੇ ਨੇ ਕਿ ਇਹਨਾਂ ਨੂੰ ਹੋਇਆ ਕਿ ਚਲੋ ਗੁਰੂ ਘਰ ਵਿੱਚ ਤੇ ਕਦੇ ਨਹੀਂ ਸੀ ਨਾ ਆਏ, ਪਰ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ, ਇਹ ਕਿਵੇਂ ਇਹਨਾਂ ਨੇ ਸਮਝ ਲਿਆ ਕਿ ਗੁਰੂ ਸਾਹਿਬ ਜੀ ਦੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪਿਆ, ਉਹ ਵੀ ਕਈ ਸਾਲਾਂ ਤੋਂ ਬਾਅਦ ਨਹੀਂ ਪਿਆ, ਤੇ ਇਹ ਦੋਸ਼ ਗੁਰੂ ਸਾਹਿਬ ਨੂੰ ਕਿਉਂ ਦੇ ਰਹੇ ਨੇ। ਪਰ ਅਗਲੀ ਗੱਲ ਉਹਨਾਂ ਨੇ ਆਪ ਹੀ ਦੱਸ ਦਿੱਤੀ। ਵੱਡ ਬੁੱਧ ਵੰਤ ਤਪਾ ਜੇ ਕਹਿਓ ਤਿਸ ਕੋ ਬਸੇ ਤੁਮਨ ਦੁੱਖ ਸਹਿਓ। ਇਹ ਖੈਰੇ ਕਹਿੰਦੇ ਨੇ ਸਾਨੂੰ ਤਾਂ ਉਸ ਬੜਾ ਸਿਆਣਾ ਹੈ ਤਪਾ ਜੀ,
ਉਹਦੇ ਪਹੁੰਚਿਆ ਹੋਇਆ ਬੜਾ ਮਹਾਂਪੁਰਖ ਹੈ। ਸਾਨੂੰ ਤਾਂ ਉਹਨੇ ਸਮਝਾ ਦਿੱਤਾ, ਦੱਸ ਦਿੱਤਾ ਕਿ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪਿਆ। ਕਰੇ ਗ੍ਰਾਮ ਪਰ ਕਿਰਪਾ ਬਡੇਰ, ਜਤਨ ਬਤਾਇਓ ਬਰਖਾ ਕੇਰ। ਤਪਾ ਜੀ ਨੇ ਤਾਂ ਸਾਡੇ 'ਤੇ ਕਿਰਪਾ ਹੀ ਬੜੀ ਕੀਤੀ ਹੈ ਕਿ ਸਾਨੂੰ ਇਹ ਦੱਸ ਦਿੱਤਾ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪਿਆ, ਤੁਸੀਂ ਜਾਓਗੇ ਮੀਂਹ ਪੈ ਜਾਣਾ ਹੈ। ਨਹੀਂ ਰੀਤ ਤੁਮਨੇ ਇਹ ਧਰੀ, ਨਹਿ ਗ੍ਰਸਤੇ ਨਾ ਫਕੀਰੀ ਕਰੀ। ਇਹ ਖੈਰੇ ਕਹਿੰਦੇ ਨੇ ਤੁਸੀਂ ਤੇ ਗੁਰੂ ਸਾਹਿਬ ਜੀ ਨਵੀਂ ਰੀਤ ਚਲਾ ਦਿੱਤੀ ਹੈ, ਨਾਲੇ ਗ੍ਰਸਤੀ ਹੋ ਨਾਲੇ ਗੁਰੂ ਬਣ ਕੇ ਬੈਠ ਗਏ ਹੋ। ਨਾ ਤੁਸੀਂ ਪੂਰੀ ਤਰ੍ਹਾਂ ਫਕੀਰ ਬਣੇ, ਨਾ ਪੂਰੀ ਤਰ੍ਹਾਂ ਗ੍ਰਸਤੀ ਬਣ ਸਕੇ। ਇਸੇ ਦੋਸ ਤੇ ਕਣ ਨਹਿ ਆਵੈ, ਕਿਰਖੇ ਸ਼ਿਸ਼ਕ ਨੀਰ ਨਾ ਬਰਖਾਵੈ। ਬਸ ਇਸੇ ਦੋਸ਼ ਕਰਕੇ ਤੇ ਮੀਂਹ ਨਹੀਂ ਪੈ ਰਿਹਾ। ਬੱਦਲ ਆ ਨਹੀਂ ਰਹੇ, ਜਿਹੜੀ ਫਸਲ ਹੈ ਉਹ ਸਾਰੀ ਸੁੱਕਦੀ ਜਾਂਦੀ ਹੈ। ਪੰਚਾਇਤ ਪਤ ਹੈ ਇਸ ਗ੍ਰਾਮ, ਸੋ ਸਭ ਕਹਿ ਨਿਕਸੋ ਤਜ ਧਾਮ। ਇੱਥੋਂ ਦੇ ਪੰਚਾਇਤ ਦੇ ਜਿਹੜੇ ਸਰਪੰਚ ਨੇ, ਚੌਧਰੀ ਨੇ, ਮੁਖੀ ਨੇ, ਉਹਨਾਂ ਸਾਰਿਆਂ ਨੇ ਕਿਹਾ ਹੈ ਤੁਸੀਂ ਪਿੰਡ ਛੱਡ ਕੇ ਨਿਕਲ ਜਾਓ। ਸੁਣ ਕੈ ਸ੍ਰੀ ਗੁਰ ਅੰਗਦ ਕਹਿਓ, ਬਾਸ ਹਮਾਰ ਕਾਲ ਚਿਰ ਰਹਿਓ। ਵਾਹਿਗੁਰੂ। ਧੰਨ ਗੁਰੂ ਅੰਗਦ ਦੇਵ ਜੀ ਨੇ ਸਾਰਾ ਕੁਝ ਸੁਣਿਆ, ਫਿਰ ਬੜੇ ਸ਼ਾਂਤ ਸੁਭਾਅ ਦੇ ਨਾਲ ਬੋਲੇ। ਕਹਿਣ ਲੱਗੇ ਭਾਈ ਜ਼ਿਮੀਂਦਾਰੋ, ਅਸੀਂ ਤਾਂ ਕਈ ਸਾਲਾਂ ਤੋਂ ਇੱਥੇ ਰਹਿ ਰਹੇ, ਕੋਈ ਇਸੇ ਸਾਲ ਥੋੜ੍ਹੀ ਆਏ ਹਾਂ। ਨਿਤ ਬਰਖਾ ਬਰਖਤ ਕ੍ਰਿਖ ਹੋਈ, ਹਮਰੋ ਦੋਸ਼ ਕਹਿ ਕਮ ਕੋਈ। ਭਈ ਹਰ ਸਾਲ ਮੀਂਹ ਤੇ ਹਰ ਸਾਲ ਹੀ ਪੈਂਦਾ ਰਿਹਾ, ਇਸ ਵਾਰ ਨਹੀਂ ਨਾ ਪਿਆ। ਤੇ ਜੇ ਇਸ ਵਾਰ ਨਹੀਂ ਪਿਆ, ਇਹਦੇ 'ਚ ਸਾਡਾ ਦੋਸ਼ ਤੁਸੀਂ ਕਿਵੇਂ ਸਮਝ ਲਿਆ? ਹਮਰੋ ਦੋਸ਼ ਕਹਿ ਕਮ ਕੋਈ, ਕਿਵੇਂ ਕੋਈ ਕਹਿ ਸਕਦਾ ਸਾਡਾ ਦੋਸ਼ ਹੈ? ਪੁਰਸ਼ਨ ਕੇ ਕਰਮਨ ਅਨੁਸਾਰ, ਸੁਖ ਦੁੱਖ ਉਪਜਤ ਬਾਰੰਬਾਰ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜ਼ਿਮੀਂਦਾਰੋ, ਕਿਸਾਨੋ, ਇਹ ਜਿਹੜਾ ਸੁੱਖ ਦੁੱਖ ਹੈ ਨਾ, ਇਹ ਮਨੁੱਖ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੁੰਦਾ ਹੈ। ਸੁੱਖ ਦੁੱਖ ਉਪਜਤ ਬਾਰੰਬਾਰ, ਔਰ ਜਦੋਂ ਤੱਕ ਸਰੀਰ ਹੈ, ਜੀਵਨ ਹੈ, ਇਹ ਸੁੱਖ ਦੁੱਖ ਬਾਰ-ਬਾਰ ਹੁੰਦੇ ਨੇ। ਇਹ ਤੇ ਦੋ ਕੱਪੜਿਆਂ ਦੀ ਤਰ੍ਹਾਂ ਨੇ, ਕਦੇ ਸੁੱਖ ਵਾਲੇ ਕੱਪੜੇ ਪਾਲੇ, ਕਦੇ ਦੁੱਖ ਵਾਲੇ ਪਾਲੇ, ਔਰ ਪਾਉਣੇ ਹਰ ਕਿਸੇ ਨੂੰ ਪੈਂਦੇ ਨੇ। ਦੁੱਖ ਸੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਹਰ ਕਿਸੇ ਨੂੰ ਪਾਉਣੇ ਪੈਂਦੇ ਨੇ। ਔਰ ਇਹ ਦੁੱਖ ਸੁੱਖ ਜਿਹੜੇ ਨੇ ਰੱਬ ਦਿੰਦਾ, ਬੇਸ਼ੱਕ ਰੱਬ ਪਰਮੇਸ਼ਰ ਹੈ, ਪਰ ਦਿੰਦਾ ਸਾਡੇ ਕੀਤੇ ਹੋਏ ਕਰਮਾਂ ਕਰਕੇ ਹੈ। ਭਈ ਤੁਸੀਂ ਦੋਸ਼ ਮੇਰੇ ਤੇ ਲਾਈ ਜਾ ਰਹੇ ਹੋ ਕਿ ਮੇਰੇ ਕਰਕੇ ਦੁੱਖ ਆਇਆ ਹੈ। ਔਰ ਸਤਿਗੁਰੂ ਜੀ ਨੇ ਤੇ ਪਾਵਨ ਬਚਨ ਕਹੇ ਨੇ, ਇਸ ਗੱਲ ਨੂੰ ਸਮਝੋ। ਦੱਦਾ ਦੋਸ਼ ਨਾ ਦਿਓ ਕਿਸੇ ਨੂੰ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜੜਾ। ਔਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਦੋਸ਼ ਕਿਸੇ ਤੇ ਨਹੀਂ ਪਈ। ਇਹ ਤੇ ਜਿਵੇਂ ਦਾ ਤੂੰ ਬੀਜੇਗਾ ਉਵੇਂ ਦਾ ਵੱਢਣਾ ਪੈਣਾ। ਹਰ ਕਿਸ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਜ਼ਰੂਰ ਹੈ। ਜਿਹਾ ਬੀਜੇ ਸੋ ਲੁਣੈ, ਕਰਮਾ ਸੰਦੜਾ ਖੇਤ। ਧੰਨ ਗੁਰੂ ਅੰਗਦ ਦੇਵ ਜੀ ਸਮਝਾ ਰਹੇ ਨੇ ਭਾਈ ਇਹ ਤੇ ਆਪੋ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ। ਇਹ ਰੱਬ ਨੂੰ, ਪਰਮੇਸ਼ਰ ਨੂੰ ਇਸੇ ਤਰ੍ਹਾਂ ਭਾਣਾ ਹੁੰਦਾ, ਉਹਨੂੰ ਚੰਗਾ ਲੱਗਿਆ ਮੀਂਹ ਨਹੀਂ ਪਾਇਆ। ਜਦੋਂ ਉਹਨੂੰ ਪਾਏਗਾ ਉਹਨੇ ਪਾ ਦੇਣਾ ਹੈ। ਔਰ ਇਹ ਦੋਸ਼ ਕਿਸੇ ਦੂਸਰੇ ਨੂੰ ਤਾਂ ਦੇਣਾ ਹੀ ਨਹੀਂ ਚਾਹੀਦਾ। ਸਤਿਗੁਰੂ ਜੀ ਨੇ ਪਾਵਨ ਬਚਨ ਕਰਕੇ ਸਾਨੂੰ ਸਮਝਾਇਆ, ਇਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ। ਭਈ ਹਰ ਕਿਸੇ ਨੂੰ ਇਹ ਵੱਢਣਾ ਪੈਣਾ ਹੈ। ਦੁਨੀਆ ਦੇ ਵਿੱਚ ਇਵੇਂ ਦਾ ਹਿਸਾਬ ਕਿਤਾਬ ਚੱਲ ਗਿਆ ਹੈ। ਪੜ੍ਹਿਆ ਲਿਖਿਆ ਹੋਵੇ, ਉਹ ਕੋਈ ਦੋਸ਼ ਕਰ ਜੇ, ਪਾਪ ਕਰ ਜੇ, ਤਾਂ ਉਹਨੂੰ ਕਹਿ ਕੇ ਭਾਵੇਂ ਛੱਡ ਦੇਣੇ। ਪੜ੍ਹਿਆ ਲਿਖਿਆ ਐਡਾ ਵੱਡਾ ਦੋਸ਼ ਇਹਦੇ 'ਤੇ ਕਿਹਨੂੰ ਲਾਉਣਾ ਹੈ? ਔਰ ਕਈ ਵਾਰੀ ਸਾਨੂੰ ਖਬਰਾਂ 'ਚ ਮਿਲਦਾ ਹੈ, ਵੱਡੇ ਵੱਡੇ ਕਈਆਂ ਧਾਰਮਿਕ ਅਦਾਰਿਆਂ ਦੇ ਜਿਹੜੇ ਮੁਖੀ ਹੁੰਦੇ ਨੇ, ਦੋਸ਼ ਲੱਗਦਾ ਹੈ। ਫਿਰ ਕਿਹਾ ਜਾਂਦਾ ਕਿ ਐਡਾ ਵੱਡਾ ਮੁਖੀ ਬੰਦਾ ਇਹ ਕੰਮ ਕਰ ਹੀ ਨਹੀਂ ਸਕਦਾ। ਉੱਥੇ ਦੋਸ਼ ਹੋ ਸਕਦਾ ਕਿਸੇ ਅਨਪੜ੍ਹ ਤੇ ਮਾੜੇ ਤੇ ਪਾ ਦਿੱਤਾ ਜਾਏ। ਦੁਨੀਆ ਦੀਆਂ ਅਦਾਲਤਾਂ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ।
ਪਰ ਰੱਬ ਦੇ ਘਰ ਪਈ ਇਸ ਤਰ੍ਹਾਂ ਨਹੀਂ ਹੋਣਾ। ਜੇ ਕੋਈ ਪੜ੍ਹਿਆ ਲਿਖਿਆ ਦੋਸ਼ ਕਰੇਗਾ ਤੇ ਸਜ਼ਾ ਉਹਨੂੰ ਮਿਲਣੀ ਹੈ, ਜੇ ਕੋਈ ਅਨਪੜ੍ਹ ਕਰੇਗਾ ਤੇ ਉਹਨੂੰ ਮਿਲਣੀ ਹੈ। ਪੜ੍ਹੇ ਲਿਖੇ ਦੀ ਸਜ਼ਾ ਅਨਪੜ੍ਹ ਨੂੰ ਨਹੀਂ ਮਿਲਣੀ। ਗੁਰੂ ਸਾਹਿਬ ਦਾ ਪਾਵਨ ਬਚਨ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਪੜ੍ਹਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਏ। ਓਮੀ ਕਹਿੰਦੇ ਨੇ ਜਿਹਨੂੰ ਕੇਵਲ ਓਮ ਵੀ ਨਾ ਕਹਿਣਾ ਆਉਂਦਾ ਹੋਵੇ, ਬਿਲਕੁਲ ਅਨਪੜ੍ਹ ਹੋਵੇ, ਅੰਗੂਠਾ ਛਾਪ। ਇਹ ਰੱਬ ਦੇ ਘਰ ਦਾ ਨਿਆਂ ਹੈ। ਪੜ੍ਹਿਆ ਲਿਖਿਆ ਗੁਨਾਹ ਕਰੇਗਾ ਤੇ ਅਨਪੜ੍ਹ ਨੂੰ ਸਜ਼ਾ ਕਦੇ ਨਹੀਂ ਮਿਲਣੀ। ਉੱਥੇ ਤੇ ਜਿਵੇਂ ਦਾ ਕੋਈ ਕਰੇਗਾ ਉਵੇਂ ਦਾ ਮਿਲਣਾ ਹੈ। ਤੇ ਭਾਈ ਇਹਦੇ ਵਿੱਚ ਦੋਸ਼ ਸਾਡਾ ਥੋੜ੍ਹੀ ਹੈ। ਇਹ ਤੇ ਆਪੋ ਆਪਣੇ ਕਰਮਾਂ ਦਾ, ਸਾਡਾ ਸਾਰਿਆਂ ਦਾ ਕੀਤਾ ਹੋਇਆ ਹੁੰਦਾ। ਰੱਬ ਇਸੇ ਤਰ੍ਹਾਂ ਉਹ ਦਿੰਦਾ, ਉਹ ਸਭ ਨੂੰ ਦਿੰਦਾ ਹੈ। ਕਬਹੂ ਸੁਖੀ ਕਬੇ ਦੁਖ ਪਾਵੈ, ਜਿਮ ਨਿਸ ਦਿਨ ਆਵਣ ਪੁਣ ਜਾਵੈ। ਸਤਿਗੁਰੂ ਜੀ ਕਹਿੰਦੇ ਨੇ, ਇਹ ਸੁੱਖ ਕਦੇ ਆਉਂਦਾ ਹੈ, ਕਦੇ ਦੁੱਖ ਆਉਂਦਾ ਹੈ। ਸੁੱਖ ਆ ਜੇ ਤੇ ਸਦਾ ਸੁੱਖ ਨਹੀਂ ਰਹਿਣਾ, ਇਹ ਚੇਤੇ ਰੱਖਿਓ। ਦੁੱਖ ਆ ਜੇ ਤੇ ਸਦਾ ਦੁੱਖ ਰਹਿਣਾ ਨਹੀਂ। ਇਹ ਤੇ ਇਸ ਤਰ੍ਹਾਂ ਨੇ, ਜਿਵੇਂ ਦਿਨ ਆਇਆ ਹੈ ਤੇ ਦਿਨ ਸਦਾ ਟਿਕਿਆ ਤੇ ਨਹੀਂ ਰਹਿਣਾ, ਰਾਤ ਆ ਜਾਣੀ ਹੈ। ਤੇ ਜੇ ਰਾਤ ਪਈ ਹੈ ਤੇ ਦਿਨ, ਪੱਕੀ ਗੱਲ, ਦਿਨ ਵੀ ਚੜ੍ਹਨਾ ਹੈ। ਇਹ ਸੁੱਖ ਦੁੱਖ ਤੇ ਦੋ ਇਹ ਚੀਜ਼ਾਂ ਨੇ, ਆਉਣੀਆਂ ਜਾਣੀਆਂ ਨੇ, ਇਹ ਟਿਕਦੀਆਂ ਨਹੀਂ। ਔਰ ਇੱਕ ਗੱਲ ਆਪਣੇ ਜੀਵਨ ਵਿੱਚ ਕਈ ਵਾਰੀ ਆਪ ਜੀ ਨੇ ਅਜਮਾਇਸ਼ ਕਰਕੇ ਵੀ ਦੇਖੀ ਹੋਣੀ ਹੈ, ਔਰ ਕਿਤੇ ਨਾ ਕਿਤੇ ਹੈ ਵੀ ਹਕੀਕਤ। ਜਿਹੜਾ ਸੁੱਖ ਹੈ, ਸੁੱਖ ਇੱਕ ਇੱਕ ਕਰਕੇ ਆਉਂਦਾ ਹੈ। ਜਿਹਨੂੰ ਆਪਾਂ ਸੁੱਖ ਸਮਝਦੇ ਹਾਂ ਨਾ, ਉਹ ਇੱਕ ਇੱਕ ਕਰਕੇ ਆਉਂਦਾ ਹੈ। ਪਰ ਜਦੋਂ ਕਿਤੇ ਦੁੱਖ ਆਵੇ ਤੇ ਇਹ ਕਿਹਾ ਜਾਂਦਾ, ਦੁੱਖ ਤੇ ਆਪਣਾ ਪੂਰਾ ਟੱਬਰ ਹੀ ਨਾਲ ਲੈ ਕੇ ਆਉਂਦਾ। ਫਿਰ ਇੱਕ ਤੋਂ ਅੱਗੇ ਦੂਸਰਾ, ਦੂਸਰੇ ਤੋਂ ਅੱਗੇ ਤੀਸਰਾ। ਇਹ ਦੁੱਖਾਂ ਦਾ ਡੇਰਾ ਹੀ ਨਾਲ ਚੱਲਦਾ। ਜਦੋਂ ਦੁੱਖ ਆਉਂਦੇ ਨੇ ਇਕੱਠੇ ਹੀ ਹੁੰਦੇ ਨੇ ਉੱਕੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਆਉਂਦੇ ਨੇ ਜ਼ਰੂਰ ਪਰ ਚਲੇ ਜਾਂਦੇ ਨੇ ਭਾਈ, ਸਦਾ ਨਹੀਂ ਰਹਿੰਦੇ। ਜਿਵੇਂ ਰਾਤ ਨਹੀਂ ਰਹਿੰਦੀ, ਦਿਨ ਆ ਜਾਂਦਾ ਹੈ, ਦੁੱਖ ਆਉਣਗੇ ਚਲੇ ਜਾਣਗੇ, ਕੋਈ ਗੱਲ ਨਹੀਂ। ਰਾਉ ਰੰਕ ਕੇ ਏਕ ਸਮਾਨ, ਉਪਜਤ ਹੈ ਅਵਸ਼ਯ ਨਹਿ ਹਾਨ। ਸਤਿਗੁਰੂ ਜੀ ਕਹਿੰਦੇ ਨੇ, ਇਹ ਸੁੱਖ ਜਿਹੜਾ ਦੁੱਖ ਹੈ ਤੇ ਸੁੱਖ ਹੈ ਨਾ, ਭਾਵੇਂ ਰਾਜਾ ਹੋਵੇ ਤੇ ਭਾਵੇਂ ਰੰਕ ਹੋਵੇ, ਇਹ ਸਾਰਿਆਂ ਤੇ ਇੱਕੋ ਜਿਹੇ ਆਉਂਦੇ ਨੇ। ਦੁੱਖ ਹਮੇਸ਼ਾ ਦੁੱਖ ਨਹੀਂ ਰਹਿੰਦੇ ਤੇ ਜਿਹੜੇ ਸੁੱਖ ਨੇ ਹਮੇਸ਼ਾ ਸੁੱਖ ਨਹੀਂ ਰਹਿੰਦੇ। ਇਹ ਸੁੱਖ ਦੁੱਖ ਦੋਵਾਂ ਤੇ ਆਉਂਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਸੁਖ ਹੋਏ ਹਰ ਖਾਏ ਹੰਕਾਰਤ, ਅਧਿਕ ਅਹੰਤਾ ਆਪਣੇ ਧਾਰਤ। ਪਰ ਬੰਦੇ ਕੋਲ ਜਦੋਂ ਸੁੱਖ ਆ ਜਾਂਦਾ ਹੈ, ਉਦੋਂ ਹੰਕਾਰ ਵਿੱਚ ਆਉਂਦਾ ਹੈ ਕਿ ਮੇਰੀ ਮਿਹਨਤ ਕਰਕੇ, ਮੇਰੇ ਦਿਮਾਗ ਕਰਕੇ ਇੰਨਾ ਸੁੱਖ ਆਇਆ, ਮੈਂ ਰੁਪਈਆ ਕਮਾਇਆ, ਮਿਹਨਤ ਕੀਤੀ ਤਾਂ ਸੁੱਖ ਆਇਆ। ਸੁਖ ਹੋਏ ਹਰ ਖਾਏ ਹੰਕਾਰਤ, ਅਧਿਕ ਅਹੰਤਾ ਆਪਣੀ ਧਾਰਤ। ਸਗੋਂ ਜ਼ਿਆਦਾ ਹੰਕਾਰ ਕਰਕੇ ਵਿਖਾਉਂਦਾ ਹੈ, ਇੰਨਾ ਕਮਾਇਆ ਹੁਣ ਖਰਚੋ ਖੁੱਲ੍ਹਾ। ਔਰ ਉਵੇਂ ਦੇ ਥਾਵਾਂ 'ਤੇ ਖਰਚੋ ਜਿੱਥੇ ਨਹੀਂ ਖਰਚਣਾ ਚਾਹੀਦਾ। ਦੁੱਖ ਕੋ ਪਾਏ ਦੇਣ ਹੋਏ ਜਾਹੇ, ਦਿਓ ਪ੍ਰਭੂ ਨੇ ਕਹਿ ਬਿਲ ਲਾਹੇ। ਪਰ ਜਦੋਂ ਦੁੱਖ ਆ ਜਾਂਦਾ ਹੈ, ਉਦੋਂ ਬੰਦਾ ਫਿਰ ਇੰਨਾ ਦੇਣ ਜਿਹਾ ਹੋ ਜਾਂਦਾ, ਫਿਰ ਘਗਿਆ ਜਾਂਦਾ ਹੈ, ਤਰਲੇ ਮਾਰਦਾ ਹੈ। ਔਰ ਇਕੱਲੇ ਤਰਲੇ ਨਹੀਂ ਮਾਰਦਾ, ਉਲਾਮਾ ਗੁਰੂ ਨੂੰ ਨਹੀਂ, ਸਿੱਧਾ ਰੱਬ ਨੂੰ ਵੀ ਦਿੰਦਾ ਹੈ। ਇਹ ਦੁੱਖ ਤੇ ਰੱਬ ਨੇ ਦਿੱਤਾ ਹੈ ਭਈ, ਦਿੱਤਾ ਤੇ ਰੱਬ ਨੇ, ਪਰ ਜਿਹੜਾ ਸੁੱਖ ਆਇਆ ਸੀ, ਸੁੱਖ ਵੀ ਰੱਬ ਨੇ ਦਿੱਤਾ ਸੀ। ਜਾਂ ਤੇ ਇਹ ਮੰਨ ਕੇ ਸੁੱਖ ਜੇ ਮੈਂ ਲਿਆ ਤੇ ਦੁੱਖ ਵੀ ਮੇਰੇ ਕਰਮਾਂ ਕਰਕੇ ਮਿਲਿਆ ਹੈ, ਤੇ ਜਾਂ ਇਹ ਮਨ ਸੁੱਖ ਦੇਣ ਵਾਲੇ ਨੇ ਦੁੱਖ ਦੇ ਦਿੱਤਾ ਤੇ ਕੋਈ ਗੱਲ ਨਹੀਂ। ਕਿਉਂਕਿ ਜਿਹੜੇ ਭਾਣੇ ਦੇ ਅੰਦਰ ਰਹਿੰਦੇ ਨੇ, ਫਿਰ ਉਹ ਤੇ ਇਹੀ ਕਹਿੰਦੇ ਨੇ ਨਾ ਜੀ। ਔਰ ਦੇਖੋ, ਕਈ ਵਾਰੀ ਬੇਨਤੀ ਕੀਤੀ ਹੈ, ਸਾਨੂੰ ਆਮ ਜਿਹੜੀਆਂ ਪੰਕਤੀਆਂ ਬਣਾ ਕੇ ਲਿਖੀਆਂ ਹੁੰਦੀਆਂ ਨੇ, ਮਿਲ ਜਾਂਦੀਆਂ ਨੇ ਕਿ ਦੁੱਖ ਵੇਲੇ ਸਿਮਰਨ, ਸੁੱਖ ਵੇਲੇ ਸ਼ੁਕਰਾਨਾ। ਪਰ ਅਸਲ ਵਿੱਚ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਦੁੱਖ ਵੇਲੇ ਵੀ ਸ਼ੁਕਰ ਵਿੱਚ ਰਹਿੰਦਾ, ਸੁੱਖ ਵੇਲੇ ਵੀ ਸ਼ੁਕਰ ਵਿੱਚ ਰਹਿੰਦਾ ਹੈ। ਕਿਉਂਕਿ ਉਹ ਉਲਾਂਭਾ ਤਾਂ ਕਦੇ ਦਿੰਦਾ ਹੀ ਨਹੀਂ। ਉਹ ਭਾਣੇ ਦੇ ਵਿੱਚ ਰਹਿ ਕੇ ਕਹਿੰਦਾ, ਜੇ ਸੁੱਖ ਦੇਹੇ ਤਾਂ ਤੁਝੇ ਆਰਾਧੀ। ਔਰ ਇਹਨਾਂ ਕੁ ਕੰਮ ਆਪਾਂ ਸਾਰਾ ਕਰ ਲੈਂਦੇ ਤਕਰੀਬਨ, ਕਿ ਸੁੱਖ ਮਿਲਦਾ ਰਹੇ ਤੇ ਬਹੁਤੇ ਤੇ ਸੁੱਖ ਵਿੱਚ ਯਾਦ ਵੀ ਨਹੀਂ ਕਰਦੇ, ਪਰ ਕੁਝ ਹੈ ਨਾ, ਸੁੱਖ ਮਿਲ ਜੇ ਤੇ ਸਿਮਰਨ ਕਰਦੇ ਨੇ ਕਿ ਸੁੱਖ ਦਿੱਤਾ ਗੁਰੂ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਦੁੱਖ ਭੀ ਤੁਝੇ ਆਰਾਧੀ। ਗੁਰੂ ਕਾ ਸਿੱਖ ਕਹਿੰਦਾ, ਜੇ ਸੁੱਖ ਵੀ ਹੈ, ਦੁੱਖ ਵੀ ਆ ਜਾਏਗਾ ਨਾ, ਸਿਮਰਨ ਫਿਰ ਵੀ ਤੇਰੇ ਕਰਨਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਂਦੇ ਨੇ, ਭਾਈ ਨਹੀਂ,
ਦੁਖੀ ਹੋ ਕੇ ਦੀਨ ਹੋ ਕੇ ਫਿਰ ਰੱਬ ਨੂੰ ਉਲਾਂਭੇ ਦਿੰਦਾ ਕਿ ਇਹ ਰੱਬ ਨੇ ਦੁੱਖ ਦੇ ਦਿੱਤਾ। ਸੁੱਖ ਆ ਜੇ ਤਾਂ ਕਹਿੰਦਾ ਮੇਰੇ ਆਪਣੀ ਉਦਮ ਕਰਕੇ ਆਪਣੇ ਉਪਰਾਲੇ ਕਰਕੇ ਆਇਆ ਹੈ। ਈਸ਼ਵਰ ਬਿਖੈ ਰੂਪੈ ਦੋਸ਼, ਨਿਜ ਕਰਮਣ ਗਤ ਕੇ ਨਹਿ ਹੋਸ਼। ਦੁੱਖ ਵੇਲੇ ਦੋਸ਼ ਸਿੱਧਾ ਰੱਬ ਨੂੰ ਦੇ ਦਿੰਦਾ ਹੈ, ਪਰ ਆਪਣੇ ਕਰਮਾਂ ਦੀ ਹੋਸ਼ ਹੀ ਨਹੀਂ ਕਿ ਇਹ ਦੁੱਖ ਜੇ ਆਇਆ ਆਪਣੇ ਕਿਸੇ ਕਰਮਾਂ ਕਰਕੇ ਆਇਆ ਹੈ। ਪ੍ਰਾਣੀ ਕਰਮ ਕਰਤ ਨਿਜ ਜਥਾ, ਫਲ ਦੇ ਪ੍ਰਭੂ ਦੇਖ ਕਰ ਤਥਾ। ਸਤਿਗੁਰੂ ਕਹਿੰਦੇ ਨੇ ਭਾਈ ਕੋਈ ਵੀ ਪ੍ਰਾਣੀ ਕੋਈ ਮਨੁੱਖ ਜਿਵੇਂ ਦਾ ਕਰਮ ਕਰਦਾ ਹੈ ਉਹਦੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ ਰੱਬ ਉਸੇ ਤਰ੍ਹਾਂ ਦਾ ਫਲ ਦਿੰਦਾ ਹੈ। ਸੁਖ ਦੁੱਖ ਜਗਤ ਨਾਥ ਕੇ ਹਾਥਾ, ਸੁਮਤ ਲਖੇ ਦੋਸ਼ਣ ਨਿਜ ਸਾਥਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸੁੱਖ ਦੁੱਖ ਉਸੇ ਜਗਤ ਦੇ ਨਾਥ ਈਸ਼ਵਰ ਪਰਮੇਸ਼ਰ ਦੇ ਹੱਥ ਵਿੱਚ ਹੈ। ਔਰ ਜਿਹੜੇ ਸਿਆਣੇ ਨੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਉਹ ਇਸ ਗੱਲ ਨੂੰ ਸਮਝਦੇ ਨੇ। ਉਹ ਦੋਸ਼ ਕਿਸੇ ਹੋਰ ਵਿੱਚ ਨਹੀਂ ਆਪਣੇ ਵਿੱਚ ਸਮਝਦੇ ਨੇ ਕਿ ਮੇਰੇ ਵਿੱਚ ਕੋਈ ਦੋਸ਼ ਹੋਣਾ ਦੁੱਖ ਤਾਂ ਮਿਲਿਆ ਹੈ। ਦੋਇਨ ਮਹਿ ਪ੍ਰਭ ਕੋ ਸਿਮਰਨ ਤੇ, ਜਾਣੇ ਕਰਮਣ ਫਲ ਉਪਜਨ ਤੇ। ਉਹ ਦੁੱਖ ਆ ਜਾਏ ਚਾਹੇ ਸੁੱਖ ਆ ਜਾਏ, ਕਹਿੰਦੇ ਦੋਇਨ ਮਹਿ ਪ੍ਰਭ ਕੋ ਸਿਮਰਨ ਤੇ। ਉਹ ਸੁੱਖ ਵਿੱਚ ਵੀ ਸ਼ੁਕਰ ਵਿੱਚ ਜੁੜਦੇ ਨੇ ਤੇ ਦੁੱਖ ਵਿੱਚ ਵੀ ਸ਼ੁਕਰ ਹੀ ਕਰਦੇ ਨੇ, ਉਲਾਂਭਾ ਨਹੀਂ ਦਿੰਦੇ। ਜਾਣੇ ਕਰਮਣ ਫਲ ਉਪਜਨ ਤੇ, ਉਹ ਜਾਣਦੇ ਨੇ ਕਿ ਸਾਡੇ ਕਰਮਾਂ ਵਿੱਚ ਇਹ ਸੀ ਇਹੀ ਮਿਲ ਗਿਆ ਹੈ। ਤਿਸ ਕੋ ਪੁਰਖਣ ਮਹਿ ਕਹਿ ਧੀਰਾ, ਪਰਮੇਸ਼ਰ ਕੋ ਲਖੇਂਗੇ ਹੀਰਾ। ਔਰ ਸਤਿਗੁਰੂ ਕਹਿੰਦੇ ਨੇ ਐਸੇ ਮਨੁੱਖ ਅਸਲ ਵਿੱਚ ਸਮਝਦਾਰ ਹੁੰਦੇ ਨੇ, ਧੀਰਜਵਾਨ ਹੁੰਦੇ ਨੇ। ਉਹ ਪਰਮੇਸ਼ਰ ਨੂੰ ਆਪਣਾ ਵੱਡਾ ਖਜ਼ਾਨਾ ਸਮਝਦੇ ਨੇ, ਪਰਮੇਸ਼ਰ ਦੇ ਨਾਮ ਨੂੰ ਆਪਣਾ ਖਜ਼ਾਨਾ ਸਮਝਦੇ ਨੇ। ਸੁਣ ਕੈ ਗੁਰ ਕੇ ਬਚ ਸੁਖ ਸਾਰ, ਪੁਨੇ ਭਨੇ ਪੁਰਖਾ ਕਿਰਖਾਰ। ਗੁਰੂ ਸਾਹਿਬ ਜੀ ਦੇ ਇੰਨੇ ਪਿਆਰੇ ਸੁੱਖ ਦੇਣ ਵਾਲੇ ਬਚਨ ਸੁਣੇ, ਪਰ ਉਹਨਾਂ ਦੇ ਅੰਦਰ ਕਿੱਥੇ ਸੀ ਇਹਨਾਂ ਬੋਲਾਂ ਦਾ ਅਸਰ ਕਿੱਥੇ ਹੋਣਾ ਸੀ? ਕਿਉਂਕਿ ਮਾਇਆ ਧਾਰੀ ਪਹਿਲੋ ਸ਼ਬਦ ਵਰਤਿਆ ਅੰਨਾ ਬੋਲਾ ਹੁੰਦਾ। ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਜਿਹੜਾ ਸ਼ਬਦ ਆਪਣੇ ਹਿੱਤ ਵਾਸਤੇ ਉਹ ਤਾਂ ਸੁਣ ਕੇ ਰਾਜੀ। ਇਹਨਾਂ ਨੇ ਸੁਣੇ ਜ਼ਰੂਰ, ਪਰ ਇਹਨਾਂ ਨੇ ਈਰਖਾ ਦੇ ਵਿੱਚ ਆ ਕੇ ਫਿਰ ਬੋਲ ਕੇ ਕਹਿੰਦੇ ਨੇ ਕੋ ਅਬ ਸੁਣੇ ਨਾ ਗਿਆਨ ਤੁਮਾਰੋ, ਮਤ ਸਭ ਕੋ ਤੁਮ ਨਿਕਸ ਸਿਧਾਰੋ। ਕਹਿੰਦੇ ਗੁਰੂ ਜੀ ਅਸੀਂ ਤੁਹਾਡਾ ਗਿਆਨ ਸੁਣਨ ਨਹੀਂ ਆਏ, ਸਾਡੇ ਪੰਚਾਇਤ ਦਾ ਪਿੰਡ ਦਾ ਫੈਸਲਾ ਸੀ ਤੇ ਫੈਸਲਾ ਸੁਣਾਉਣ ਆਏ ਕਿ ਬਸ ਹੁਣ ਨਿਕਲ ਜਾਓ, ਸਮਾਂ ਨਾ ਲਾਓ, ਇੱਥੋਂ ਨਿਕਲ ਜਾਓ। ਔਰ ਇਵੇਂ ਦੇ ਬੋਲ ਜਦੋਂ ਉਹ ਕਹਿੰਦੇ ਹੋਣਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਹੋਰ ਸਿੱਖ ਜਦੋਂ ਸੁਣਦੇ ਹੋਣਗੇ ਤੇ ਕਦੇ ਮਹਿਸੂਸ ਕਰਕੇ ਦੇਖੋ ਉਹਨਾਂ ਦੇ ਅੰਦਰ ਕੀ ਬੀਤਦੀ ਹੋਣੀ ਹੈ। ਅੱਗੇ ਗੁਰੂ ਸਾਹਿਬ ਨੇ ਜਿਵੇਂ ਕਿਰਪਾ ਕਰਨੀ ਹੈ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ